ਵੈਲਕਮ ਟੂ ਆਲ ਆਫ ਦੀ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ MS W ਸਟੱਡੀ ਫॉर ਜੌਬ ਦੇ ਵਿੱਚ। ਆਪਣੀ ਕਲਾਸਾਂ ਸੀ ਜੋ UGC ਨੈਟ ਦੇ ਨਾਲ ਚੱਲ ਰਹੀਆਂ ਸੀ, ਜਿਸ ਦੇ ਵਿੱਚ ਜੋ ਮਾਸਟਰ ਕੇਡਰ ਦੀ ਤਿਆਰੀ ਕਰ ਰਹੇ ਨੇ ਬੱਚੇ ਉਹ ਵੀ ਨਾਲ ਚੱਲ ਰਹੇ ਸੀ ਆਪਣੇ B.Ed ਤੋਂ ਬਾਅਦ। ਇਸ ਤੋਂ ਪਹਿਲਾਂ ਆਪਣੀ 15 ਕਲਾਸਾਂ ਬਣ ਚੁੱਕੀਆਂ ਨੇ, 15 ਲੈਕਚਰ ਆਪਣੀ। ਜਿਹੜਾ ਅੱਜ ਦਾ ਆਪਣਾ ਟੌਪਿਕ ਹੋਊਗਾ ਟੌਪਿਕ ਨੰਬਰ 16। आओ स्टार्ट करते हैं अपनी नैक्सट वीडियो। ਇਹਦਾ फर्स्ट क्वेश्चन है, देखो संत राम उदासी किस किस्म का कवि है। संत राम उदासी किस किस्म का कवि है। रोमांसवादी, लोक कवि, रहस्यवादी, कोई भी नहीं या जुझारवादी। इस क्वेश्चन का जो राइट आंसर बनता जी वो नंबर 5 जुझारवादी। संत राम उदासी ने जो वो जुझारवादी किस्म के कवि सी। देखो संत राम उदासी पंजाबी गीतकार सी, पंजाबी कवि अते गीतकार सी। पंजाबी कवि भी सी ते गीतकार भी सी, भाव कि गीत बनाउंदे सी। ਉਹ ਆਪਣੇ ਜਿਹੜੇ ਗੀਤ ਸੀ ਲਿਖੇ ਹੋਏ ਆਪ ਹੇਕ ਨਾਲ ਗਾਉਣ ਵਾਲੇ ਕ੍ਰਾਂਤੀਕਾਰੀ ਕਵੀ ਦੇ ਵਜੋਂ ਜਾਣੇ ਜਾਂਦੇ ਹਨ। ਭਾਵ ਕਿ ਉਹ ਜਿਹੜੇ ਗੀਤ ਲਿਖਦੇ ਸੀ ਉਹ ਖੁਦ ਲਿਖਦੇ ਸੀ ਆਪਣੇ ਗੀਤ, ਤੇ ਉਹਨਾਂ ਨੂੰ ਜਿਹੜੀ ਤਰਜ ਸੀ ਜਾਂ ਟਿਊਨ ਸੀ ਉਹ ਖੁਦ ਬਖੁਦ ਦਿੰਦੇ ਸੀ, ਤੇ ਇੱਕ ਕ੍ਰਾਂਤੀਕਾਰੀ ਕਵੀ ਵਜੋਂ ਸੀ। ਜੇਕਰ ਆਪਾਂ ਦੇਖੀਏ ਜਿਵੇਂ ਪਾਸ਼ ਸੀ ਨਾ, ਪਾਸ਼ ਅਵਤਾਰ ਪਾਸ਼ ਹੈ ਨਾ, ਉਹ ਵੀ ਕੀ ਹੈ ਇੱਕ ਜੁਝਾਰਵਾਦੀ, ਤੇ ਸੰਤ ਰਾਮ ਉਦਾਸੀ ਵੀ ਕੀ ਹੈ ਇੱਕ ਜੁਝਾਰਵਾਦੀ। ਦੋਵਾਂ ਦੇ ਵਿੱਚ ਇੱਕੋ ਹੀ ਸੇਮ ਹੈ ਨਾ ਜਿਹੜੀ ਵਿਧਾ ਚੱਲ ਰਹੀ ਹੈ। ਨੈਕਸਟ ਕੁਐਸਚਨ, ਦੀਵਾਨ ਸਿੰਘ ਕਾਲੇ ਪਾਣੀ ਨੂੰ ਕਿਸ ਕਿਸਮ ਦੀ ਕਵਿਤਾ ਲਿਖੀ। ਦੀਵਾਨ ਸਿੰਘ ਕਾਲੇ ਪਾਣੀ ਨੇ ਕਿਸ ਕਿਸਮ ਦੀ ਕਵਿਤਾ ਲਿਖੀ। ਪ੍ਰਗੀਤਕ, ਰੋਮਾਂਟਿਕ, ਸਰੋਦੀ ਜਾਂ ਛੰਦ ਰਹਿਤ। ਦੀਵਾਨ ਸਿੰਘ ਕਾਲੇ ਪਾਣੀ ਤੁਸੀਂ ਪੜ੍ਹਿਆ ਹੋਵੇਗਾ ਕਿ ਕਿਸ ਕਿਸਮ ਦਾ ਕਵੀ ਸੀ ਉਹ। ਤਾਂ ਜਿਹੜੀ ਉਹਨਾਂ ਨੇ ਕਵਿਤਾ ਲਿਖੀ ਸੀ ਉਹ ਲਿਖੀ ਸੀ ਛੰਦ ਰਹਿਤ, ਜਿਹਦੇ ਵਿੱਚ ਕੋਈ ਪ੍ਰਗੀਤ ਨਹੀਂ ਸੀ, ਰੋਮਾਂਟਿਕ ਵੀ ਨਹੀਂ ਸੀ, ਨਾ ਹੀ ਸਰੋਦੀ ਤੱਤ ਸੀ। ਤਾਂ ਕਿਹੜੀ ਕਵਿਤਾ ਲਿਖੀ ਸੀ? ਛੰਦ ਰਹਿਤ। ਹੁਣ ਦੇਖੋ ਪੰਜਾਬੀ ਦੇ ਕਵੀ ਅਤੇ ਉੱਘੇ ਦੇਸ਼ ਭਗਤ ਸਨ। ਕੌਣ? ਦੀਵਾਨ ਸਿੰਘ ਕਾਲੇ ਪਾਣੀ। 1920 ਦੇ ਵਿੱਚ ਨਾ ਮਿਲਵਰਤਨ ਲਹਿਰ ਵਿੱਚ ਇਹਨਾਂ ਨੇ ਹਿੱਸਾ ਲਿਆ। ਇਹਨਾਂ ਖੁੱਲ੍ਹੀ ਕਵਿਤਾ ਨੂੰ ਆਪਣਾ ਵਿਧਾ ਬਣਾਇਆ। ਇਹਨਾਂ ਦੇ 2 ਕਾਵਿ ਸੰਗ੍ਰਹਿ ਸੀ, ਇੱਕ ਵਗਦੇ ਪਾਣੀ 1938 ਦੇ ਵਿੱਚ ਜੋ ਪ੍ਰਕਾਸ਼ਿਤ ਹੋਇਆ, ਅੰਮ੍ਰਿਤ ਲਹਿਰਾਂ ਸੀ ਜੋ 1962 ਦੇ ਵਿੱਚ। ਪਰ ਜਿਹੜਾ ਅੰਮ੍ਰਿਤ ਲਹਿਰਾਂ ਵਾਲਾ ਇਹਦਾ ਜਿਹੜਾ ਕਾਵਿ ਸੰਗ੍ਰਹਿ ਆ ਉਹ ਮਰਨ ਤੋਂ ਬਾਅਦ ਪ੍ਰਕਾਸ਼ਿਤ ਕੀਤਾ ਗਿਆ। ਠੀਕ ਹੈ ਜੀ। ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਜਿਹੜੇ ਦੀਵਾਨ ਸਿੰਘ ਕਾਲੇ ਪਾਣੀ ਸੀ ਕਹੇ ਜੇ ਸੀ, ਭਾਵ ਕਿ ਇਹ ਵੀ ਇੱਕ ਦੇਸ਼ ਭਗਤ ਸੀਗੇ। ਨੈਕਸਟ ਕੁਐਸਚਨ, ਦਮੋਦਰ ਨੇ ਆਪਣੇ ਕਿੱਸੇ ਨੂੰ ਕਿਸ ਛੰਦ ਵਿੱਚ ਲਿਖਿਆ। ਦਮੋਦਰ ਜੋ ਕਿ ਕਿੱਸਾ ਕਵੀ ਹੋਇਆਗਾ, ਉਹਨਾਂ ਨੇ ਜਿਹੜਾ ਆਪਣਾ ਕਿੱਸਾ ਸੀਗਾ ਕਿਹੜੇ ਛੰਦ ਦੇ ਵਿੱਚ ਲਿਖਿਆ। ਦਵਈਏ ਦੇ ਵਿੱਚ, ਸਵਈਏ ਦੇ ਵਿੱਚ, ਬੈਂਤ ਦੇ ਵਿੱਚ ਜਾਂ ਕੋਰਲੇ ਦੇ ਵਿੱਚ। ਕੋਰਲਾ। ਇਸ ਕੁਐਸਚਨ ਦਾ ਜੋ ਰਾਈਟ ਆਂਸਰ ਬਣਦਾ ਜੀ ਆਪਣਾ ਉਹ ਹੈ ਨੰਬਰ 1 ਦਵਈਆ ਛੰਦ ਦੇ ਵਿੱਚ ਜਿਹੜਾ ਇਹਨਾਂ ਨੇ ਕਿੱਸਾ ਸੀ ਆਪਣਾ ਉਹ ਲਿਖਿਆ ਸੀਗਾ। ਨੈਕਸਟ ਕੁਐਸਚਨ, ਵਾਰ ਕਾਵ ਕਿਹੜੇ ਛੰਦ ਵਿੱਚ ਹੁੰਦੀ ਹੈ। ਵਾਰ ਕਾਵ ਕਿਹੜੇ ਛੰਦ ਦੇ ਵਿੱਚ ਹੁੰਦੀ ਹੈ। ਸਭ ਤੋਂ ਪਹਿਲਾਂ ਆਪਾਂ ਨੂੰ ਵਾਰ ਦਾ ਪਤਾ ਹੋਣਾ ਚਾਹੀਦਾ ਨਾ, ਵਾਰ ਹੁੰਦੀ ਕੀ ਹੈ। ਜਿਵੇਂ ਨਾ ਹੋਰ ਵਾਰਾਂ ਤਾਂ ਆਪਾਂ ਘੱਟ ਹੀ ਪੜ੍ਹੀਆਂ ਹੋਣਗੀਆਂ, ਪਰ ਜਿਹੜੀ ਇੱਕ ਸਭ ਤੋਂ ਫੇਮਸ ਵਾਰ ਹੈਗੀ ਉਹ ਹੈਗੀ ਚੱਡੀ ਦੀ ਵਾਰ ਹੈ ਨਾ, ਜਿਹੜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈਗੀ। ਸਭ ਤੋਂ ਜ਼ਿਆਦਾ ਫੇਮਸ ਵਾਰ ਮੰਨੀ ਜਾਂਦੀ ਹੈ ਉਹ, ਜਿਹਦੇ ਵਿੱਚ ਉਹ ਆਪਾਂ ਅੱਗੇ ਗੱਲ ਕਰਾਂਗੇ। ਕੁਐਸਚਨ ਹੋਰ ਹੈਗਾ ਤਾਂ ਇਹ ਬੈਂਦ ਦੇ ਵਿੱਚ ਹੁੰਦੇ, ਦਵਈਏ ਦੇ ਵਿੱਚ, ਪੌੜੀ ਦੇ ਵਿੱਚ ਜਾਂ ਕਵਿਤਾ ਦੇ ਵਿੱਚ। ਜਿਹੜੀ ਵਾਰ ਹੁੰਦੀ ਆ ਉਹ ਪੌੜੀ ਛੰਦ ਦੇ ਵਿੱਚ ਹੁੰਦੀ ਹੈ। ਵਾਰ ਕਿਹੜੀ ਛੰਦ ਦੇ ਵਿੱਚ ਹੁੰਦੀ ਹੈ? ਪੌੜੀ ਛੰਦ ਦੇ ਵਿੱਚ ਹੁੰਦੀ ਹੈ। ਨੈਕਸਟ ਕੁਐਸਚਨ, ਭਗਤੀ ਕਾਵਿ ਸ਼ਾਸਤਰ ਅਨੁਸਾਰ ਕਿੰਨੇ ਰਸ ਹਨ। ਭਾਰਤੀ ਕਾਵਿ ਸ਼ਾਸਤਰ ਦੇ ਅਨੁਸਾਰ, ਜਿਹੜਾ ਭਾਰਤ ਦਾ ਕਾਵਿ ਸ਼ਾਸਤਰ ਹੈ ਉਹਦੇ ਅਨੁਸਾਰ ਜਿਹੜੇ ਰਸ ਨੇ ਉਹ ਗਿਣਤੀ ਦੇ ਵਿੱਚ ਕਿੰਨੇ ਹੁੰਦੇ ਨੇ? 7, 8, 10 ਜਾਂ 9। ਤਾਂ ਉਹ ਹੁੰਦੇ ਨੇ ਜੀ 9। ਭਾਰਤੀ ਕਾਵਿ ਸ਼ਾਸਤਰ ਦੇ ਅਨੁਸਾਰ ਜਿਹੜੀ ਰਸਾਂ ਦੀ ਗਿਣਤੀ ਹੈਗੀ ਉਹ 9 ਹੁੰਦੇ ਨੇ। ਰਸ ਤਾਂ ਦੇਖ ਕੇ ਪੜ੍ਹੇ ਨੇ ਤੁਸੀਂ, ਕਿਹੜੇ ਕਿਹੜੇ ਰਸ ਹੁੰਦੇ ਨੇ। ਨੈਕਸਟ ਕੁਐਸਚਨ, 9 ਰਸਾਂ ਵਿੱਚੋਂ ਕਿਹੜਾ ਰਸ ਪ੍ਰਧਾਨ ਹੈ। ਹਾਸ ਰਸ, ਵੀਰ ਰਸ, ਕਰੁਣਾ ਰਸ ਜਾਂ ਸਿੰਗਾਰ ਰਸ। 9 ਰਸਾਂ ਦੇ ਵਿੱਚੋਂ ਕਿਹੜਾ ਰਸ ਪ੍ਰਧਾਨ ਹੈ? ਤਾਂ ਉਹ ਹੈ ਸ਼ਿੰਗਾਰ ਰਸ।
ਸ਼ਿੰਗਾਰ ਰਸ ਹੈ ਜਿਹੜਾ ਸਭ ਤੋਂ ਜ਼ਿਆਦਾ ਆਪਾਂ ਕਹਿ ਸਕਦੇ 9 ਦੇ 9 ਜਿਹੜੇ ਰਸ ਨੇਗੇ ਉਹਨਾਂ ਦਾ ਕੀ ਹੈ ਇਹ ਪ੍ਰਧਾਨ ਮੰਨਿਆ ਜਾਂਦਾ। ਕਿਉਂ ਪ੍ਰਧਾਨ ਮੰਨਿਆ ਜਾਂਦਾ? ਕਿਉਂਕਿ ਕਿਸੇ ਵੀ ਕਵਿਤਾ ਨੂੰ ਕਿਸੇ ਵੀ ਕਿੱਸੇ ਨੂੰ ਸਜਾਉਣ ਵਾਸਤੇ ਕਿਸ ਚੀਜ਼ ਦੀ ਲੋੜ ਪੈਂਦੀ ਹੈ? ਸ਼ਿੰਗਾਰ ਰਸ ਦੀ ਲੋੜ ਪੈਂਦੀ ਹੀ ਪੈਂਦੀ ਹੈ। ਠੀਕ ਹੈ ਜੀ। ਇਸ ਤੋਂ ਬਿਨਾਂ ਕੀ ਹੈ ਕੋਈ ਵੀ ਜਿਹੜੀ ਆਪਾਂ ਕਹਿ ਸਕਦੇ ਲਿਖਤ ਉਹ ਅਧੂਰੀ ਰਹਿੰਦੀ ਹੈ। ਨੈਕਸਟ ਕੁਐਸਚਨ, ਕਿਹੜੀ ਕਾਵਿ ਧਾਰਾ ਵਿੱਚ ਸ਼ਿੰਗਾਰ ਰਸ ਪ੍ਰਧਾਨ ਹੈ? ਵੀਰ ਵਿੱਚ, ਸੂਫੀ ਵਿੱਚ, ਕਿੱਸੇ ਵਿੱਚ ਜਾਂ ਗੁਰਮਤਿ ਦੇ ਵਿੱਚ? ਕਿਹੜੀ ਕਾਵਿ ਧਾਰਾ ਦੇ ਵਿੱਚ ਸ਼ਿੰਗਾਰ ਰਸ ਹੈ ਜਿਹੜਾ ਉਹ ਪ੍ਰਧਾਨ ਦੇ ਤੌਰ ਤੇ ਕੰਮ ਕਰਦਾ ਹੈ? ਤਾਂ ਉਹ ਹੁੰਦਾ ਜੀ ਕਿੱਸੇ ਕਾਵਿ ਦੇ ਵਿੱਚ। ਕਿੱਸਾ ਕਾਵਿ ਦੇ ਵਿੱਚ ਕੀ ਹੁੰਦਾ ਜਿਹੜਾ ਸ਼ਿੰਗਾਰ ਰਸ ਹੈ ਉਹ ਪ੍ਰਧਾਨ ਦੇ ਤੌਰ ਤੇ ਕੰਮ ਕਰਦਾ। ਹੁਣ ਦੇਖੋ ਮੈਂ ਛੋਟੀ ਜਿਹੀ ਇੱਕ ਐਗਜ਼ਾਮਪਲ ਦਿੰਦੀ ਹਾਂ। ਐਮਏ ਦੇ ਵਿੱਚ ਤਾਂ ਪਤਾ ਨਹੀਂ, ਪਰ ਆਪਾਂ ਬੀਏ ਦੇ ਵਿੱਚ ਸਾਰੇ ਜਣੇ ਕੀ ਕਰਕੇ ਆਏ ਹੋਏ ਆ, ਜਿਹੜੇ ਕਿੱਸੇ ਕਾਵਿ ਨੇ ਉਹਨਾਂ ਦੇ ਵਿੱਚ ਆਪਾਂ ਗੁਜ਼ਰੇ ਹੋਏ ਆ ਨਾ, ਪੜ੍ਹੇ ਹੋਏ ਨੇ ਭਾਵ ਆਪਾਂ ਨੇ। ਤਾਂ ਉੱਥੇ ਨਾ ਇੱਕ ਜਦੋਂ ਆਪਾਂ ਨੂੰ ਲੈਕਚਰ ਦੇ ਵਿੱਚ ਪੂਰੀ ਦੀ ਪੂਰੀ ਜਿਹੜੀ ਕਿੱਸਾ ਸੀ ਨਾ ਉਹ ਪੜ੍ਹ ਕੇ ਸੁਣਾਇਆ ਜਾਂਦਾ ਸੀਗਾ। ਟੀਚਰ ਹੁੰਦਾ ਸੀ ਜਿਹੜੇ ਜਿਵੇਂ 2-4 ਲਾਈਨਾਂ ਪੜ੍ਹਨੀਆਂ ਹੈ ਨਾ, ਪੜ੍ਹਨ ਤੋਂ ਬਾਅਦ ਫਿਰ ਇਕੱਲੇ ਜਿਹੜੇ ਸ਼ਬਦ ਦਾ ਇਕੱਲੇ ਅੱਖਰ ਦਾ ਆਪਾਂ ਨੂੰ ਕੀ ਕਰਦਾ ਸੀ ਟਰਾਂਸਲੇਟ ਕਰਕੇ ਦੱਸਦਾ ਸੀਗਾ। ਭਾਵ ਕਿ ਜਿਹੜੀਆਂ ਔਖੀ ਚੀਜ਼ਾਂ ਹੁੰਦੀਆਂ ਸੀ ਉਹਨਾਂ ਨੂੰ ਸੌਖੀਆਂ ਕਰਕੇ ਦੱਸਦਾ ਸੀ। ਹੁਣ ਉੱਥੇ ਨਾ ਇੱਕ ਚੀਜ਼ ਹੁੰਦੀ ਸੀ, ਜਿਵੇਂ ਹੀਰ ਦਾ ਕਿੱਸਾ ਲੈ ਲਓ ਹੈ ਨਾ। ਜਿਵੇਂ ਹੀਰ ਦੇ ਕਿੱਸੇ ਦੇ ਵਿੱਚ ਜਿਵੇਂ ਜਿਹੜਾ ਵਾਰਿਸ ਸ਼ਾਹ ਗਾ ਉਹਨੇ ਕੀ ਕੀਤਾ ਹੋਇਆ ਕਿ ਹੀਰ ਦੀ ਵੱਧ ਚੜ੍ਹ ਕੇ ਪ੍ਰਸ਼ੰਸਾ ਕੀਤੀ ਹੋਈ ਹੈ ਨਾ, ਇੰਨੀ ਜ਼ਿਆਦਾ ਪ੍ਰਸ਼ੰਸਾ ਕੀਤੀ ਹੋਈ ਹੈ ਕਿ ਉੱਥੇ ਐਂ ਲੱਗਦਾ ਕਿ ਹੀਰ ਵਰਗੀ ਲੇਡੀ ਜਿਹੜੀ ਨਾ ਤਾਂ ਦੁਨੀਆ 'ਤੇ ਕੋਈ ਹੋਈ ਹੈ ਅਤੇ ਨਾ ਹੀ ਕੋਈ ਹੋਣੀ ਹੈ ਨਾ। ਜੇਕਰ ਆਪਾਂ ਦੂਸਰਿਆਂ ਦੀ ਗੱਲ ਕਰੀਏ, ਜਿਵੇਂ ਮਿਰਜ਼ਾ ਸਾਹਿਬਾਂ ਜੀ ਨੇ ਲਿਖਿਆ ਸਾਹਿਬਾਂ ਦੀ ਕੀਤੀ ਹੈ, ਸੱਸੀ ਦੀ ਵੀ ਇਸੇ ਤਰ੍ਹਾਂ ਕੀਤੀ ਹੋਈ ਹੈ, ਦਮੋਦਰ ਨੇ ਵੀ ਹੀਰ ਦੀ ਕੀਤੀ ਹੋਈ ਹੈ ਨਾ। ਤਾਂ ਉਹ ਪਤਾ ਕੀ ਹੁੰਦਾ, ਜਿਵੇਂ ਵੱਧ ਚੜ੍ਹ ਕੇ ਲਿਖਿਆ ਹੁੰਦਾ, ਜਿਵੇਂ ਉਂਗਲਾਂ ਰਵਾ ਫਲੀਆਂ ਜਾਂ ਜਿਵੇਂ ਮੱਥਾ ਚਮਕਦਾ ਮਹਿਤਾਬ ਦਾ ਜੀ ਹੈ ਨਾ। ਉਹ ਚੀਜ਼ਾਂ ਭਾਵੇਂ ਇਹ ਹੁੰਦਾ ਕਿ ਇਕੱਲੇ ਅੰਗ ਦੀ ਉੱਥੇ ਵਡਿਆਈ ਕੀਤੀ ਹੋਈ ਹੈ, ਇਕੱਲੇ ਅੰਗ ਦੀ ਵਡਿਆਈ ਕੀਤੀ ਹੋਈ। ਜਿਵੇਂ ਜ਼ੁਲਫਾਂ ਨੂੰ ਨਾਗ ਦੇ ਨਾਲ ਸੰਬੰਧਿਤ ਕੀਤਾ ਹੁੰਦਾ ਵੀ ਨਾਗ ਵਾਰੀਆਂ ਜ਼ੁਲਫਾਂ ਸੀਗੀਆਂ, ਅੱਖਾਂ ਮਿਰਗ ਨੈਣੀਆਂ ਮਿਰਗ ਦੇ ਨਾਲ ਹੈ ਨਾ। ਤਾਂ ਉਹ ਚੀਜ਼ ਕੀ ਹੁੰਦੀ ਹੈ? ਉਹ ਸ਼ਿੰਗਾਰ ਰਸ ਹੀ ਹੁੰਦਾ ਹੈ। ਉਹ ਕੀ ਹੁੰਦਾ? ਸ਼ਿੰਗਾਰ ਰਸ ਹੁੰਦਾ ਗਾ, ਜਿਹਦੇ ਵਿੱਚ ਕਿਸੇ ਵੀ ਚੀਜ਼ ਨੂੰ ਸ਼ਿੰਗਾਰਨ ਵਾਸਤੇ ਜਿਹੜੀ ਵੱਧ ਚੜ੍ਹ ਕੇ ਚੀਜ਼ ਹਿੱਸਾ ਲੈਂਦੀ ਉਹ ਕੀ ਹੁੰਦੀ ਹੈ? ਸ਼ਿੰਗਾਰ ਰਸ ਦਾ ਕੰਮ ਕਰਦੀ ਹੈ। ਤਾਂ ਇਹ ਜ਼ਿਆਦਾ ਤੋਂ ਜ਼ਿਆਦਾ ਕਿਹਦੇ ਵਿੱਚ ਕੰਮ ਕਰਦੇ? ਕਿੱਸੇ ਦੇ ਵਿੱਚ। ਠੀਕ ਹੈ ਜੀ। ਉਮੀਦ ਹੈ ਸਮਝ ਆ ਗਈ ਹੋਊਗੀ ਇੰਨੀ ਕੁ ਗੱਲ। ਨੈਕਸਟ ਕੁਐਸਚਨ, ਸ਼ਾਂਤ ਰਸ ਪ੍ਰਧਾਨ ਹੁੰਦਾ ਹੈ। ਸ਼ਾਂਤ ਰਸ ਹੈ ਜਿਹੜਾ ਕਿਹੜੀ ਰਚਨਾ ਦੇ ਵਿੱਚ ਪ੍ਰਧਾਨ ਹੁੰਦਾ? ਸੂਫੀ ਦੇ ਵਿੱਚ, ਭਗਤੀ ਦੇ ਵਿੱਚ, ਕਿੱਸੇ ਦੇ ਵਿੱਚ ਜਾਂ ਵੀਰ ਦੇ ਵਿੱਚ? ਹੁਣ ਦੇਖੋ ਵੀਰ ਦੇ ਵਿੱਚ ਕਿਹੜਾ ਹੁੰਦਾ? ਰੌਦਰ ਰੂਪ ਦਿਖਾਇਆ ਜਾਂਦਾ ਗੁੱਸੇ ਵਾਲਾ ਹੈ ਨਾ। ਜਿਵੇਂ ਮੈਂ ਤੁਹਾਨੂੰ ਡੇਲੀ ਕਹਿੰਦੀ ਕਿ ਥੋੜ੍ਹਾ ਡਿਫਰੈਂਸ ਕਰਕੇ ਦੇਖ ਲਿਆ ਕੁਝ ਚੀਜ਼ਾਂ ਦੇ ਵਿੱਚ। ਜਿਹੜੇ ਵੀਰ ਰਸ ਹੁੰਦਾ ਗਾ ਉਹਦੇ ਵਿੱਚ ਕੀ ਹੁੰਦਾ ਗਾ, ਵੀਰ ਰਸ ਹੈਗਾ ਜਿਹੜੀ ਵੀਰ ਰਚਨਾ ਹੁੰਦੀ ਹੈਗੀ, ਵਾਰ ਕਹਿ ਲਓ, ਵਾਰ ਹੈ ਨਾ। ਵਾਰ ਦੇ ਵਿੱਚ ਕੀ ਕਿਤੇ ਇਹਦਾ ਰੌਦਰ ਰੂਪ ਦਿਖਾਇਆ ਜਾਂਦਾ ਨਾਇਕ ਦਾ, ਗੁੱਸੇ ਵਾਲਾ ਦਿਖਾਇਆ ਜਾਂਦਾ ਉਹਨੂੰ ਪੂਰਾ। ਅਤੇ ਸੂਫੀ ਦੇ ਵਿੱਚ ਕੀ ਹੈ? ਰੱਬ ਨਾਲ ਗੱਲਾਂ ਕਰਨੀਆਂ ਹੈ ਨਾ। ਉਹ ਵੀ ਇਹੀ ਹੋਗੀ, ਜਾਂ ਰੱਬ ਨਾਲ ਕਹਿ ਲਓ, ਜਾਂ ਰੱਬ ਦੇ ਵਿੱਚ ਦੀ ਆਪਣੇ ਮਹਿਬੂਬ ਨੂੰ ਸੰਬੰਧਿਤ ਕਰਕੇ ਲਿਖਣਾ ਹੈ ਨਾ, ਉਹ ਚੀਜ਼ ਹੋਗੀ। ਕਿੱਸੇ ਦੇ ਵਿੱਚ ਕੀ ਹੁੰਦਾ? ਜ਼ਿਆਦਾ ਸ਼ਿੰਗਾਰ ਰਸ ਹੁੰਦਾ। ਅਤੇ ਇੱਕ ਜਿਹੜਾ ਭਗਤੀ ਰਹੇਗੀ, ਭਗਤੀ ਦੇ ਵਿੱਚ ਜ਼ਿਆਦਾ ਕੀ ਹੁੰਦਾ? ਸ਼ਾਂਤ ਰਸ ਹੁੰਦਾ ਗਾ। ਭਗਤੀ ਦੇ ਵਿੱਚ ਜ਼ਿਆਦਾ ਕੀ ਹੁੰਦਾ ਗਾ? ਸ਼ਾਂਤ ਰਸ ਹੁੰਦਾ। ਅਤੇ ਇਸ ਕੁਐਸਚਨ ਦਾ ਜੋ ਰਾਈਟ ਆਨਸਰ ਬਣਦਾ ਜੀ ਉਹ ਵੀ ਨੰਬਰ 2 ਹੈ। ਨੰਬਰ 2 ਭਗਤੀ ਦੇ ਵਿੱਚ ਸ਼ਾਂਤ ਰਸ ਪ੍ਰਧਾਨ ਹੁੰਦਾ। ਨੈਕਸਟ ਕੁਐਸਚਨ, ਬਾਦਸ਼ਾਹੀਆਂ ਪੁਸਤਕ ਕਿਸ ਦੀ ਹੈ? ਬਾਦਸ਼ਾਹੀਆਂ ਪੁਸਤਕ ਕਿਸ ਦੀ ਹੈ? ਸੂਬਾ ਸਿੰਘ ਦੀ, ਭਾਈ ਵੀਰ ਸਿੰਘ ਦੀ, ਚਰਨ ਸਿੰਘ ਸ਼ਹੀਦ ਦੀ ਜਾਂ ਮੋਹਨ ਸਿੰਘ ਦੀ? ਹੁਣ ਦੇਖੋ ਜੀ, ਜਿਹੜੀ ਬਾਦਸ਼ਾਹੀਆਂ ਬੁੱਕ ਹੈਗੀ ਉਹ ਕਿਸੇ ਰਾਈਟਰ ਦੀ ਬੁੱਕ ਹੈਗੀ। ਤਾਂ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਇਹਦਾ ਜਿਹੜਾ ਰਾਈਟ ਆਨਸਰ ਬਣਦਾ ਜੀ ਉਹ ਨੰਬਰ 3 ਚਰਨ ਸਿੰਘ ਸ਼ਹੀਦ ਦੀ ਬੁੱਕ ਹੈ। ਇਹ ਚਰਨ ਸਿੰਘ ਸ਼ਹੀਦ ਦੀ ਬੁੱਕ ਹੈ ਇਹ ਬਾਦਸ਼ਾਹੀਆਂ। ਜੇਕਰ ਆਪਾਂ ਹੋਰ ਰਚਨਾਵਾਂ ਦੀ ਗੱਲ ਕਰੀਏ, ਜਿਵੇਂ ਦੀ ਕਾਵਿ ਰਚਨਾਵਾਂ ਨੇ, ਬਾਦਸ਼ਾਹੀਆਂ, ਬੇਪਰਵਾਹੀਆਂ, ਸ਼ਹਿਨਾਈਆਂ, ਅਰਸੀ, ਕਿੰਗਰੇ, ਇਸ਼ਕ ਮੁਸ਼ਕ, ਬੂਟ ਦੀ ਸ਼ਰਾਰਤ। ਠੀਕ ਹੈ ਜੀ। ਇੱਥੇ ਮੈਂ ਸਿਰਫ 6 ਲਿਖੇ ਨੇ, ਪਰ ਹੈਗੇ ਹੋਰ ਵੀ, ਸਿਰਫ ਇੱਕ ਨੌਲੇਜ ਦੇ ਵਿੱਚ ਲਿਆਉਣ ਵਾਸਤੇ ਕਿ ਕਈ ਵਾਰੀ ਇੱਕ ਚੀਜ਼ ਨੂੰ ਦੇਖ ਕੇ ਨਹੀਂ ਯਾਦ ਆਉਂਦਾ। ਬਾਦਸ਼ਾਹੀਆਂ, ਬੇਪਰਵਾਹੀਆਂ, ਸ਼ਹਿਨਸ਼ਾਹੀਆਂ, ਅਰਸੀ, ਕਿੰਗਰੇ, ਇਸ਼ਕ ਮੁਸ਼ਕ, ਬੂਟ ਦੀ ਸ਼ਰਾਰਤ। ਇੱਕ ਗੱਲ ਹੋਰ
ਥੋੜੇ ਦਿਨ ਹੋ ਗਏ ਆਪਾਂ ਪਿੱਛੇ ਵੀਡੀਓ ਦੇ ਵਿੱਚ ਇਹਨਾਂ ਬਾਰੇ ਪੜ੍ਹ ਕੇ ਗਏ ਆਂਗੇ ਕਿ ਜਿਹੜਾ ਇਹਨਾਂ ਨੇ ਇੱਕ ਮੋਜੀ ਨਾਮ ਦਾ ਮੈਗਜ਼ੀਨ ਵੀ ਚਲਾਇਆ ਸੀਗਾ। 1926 ਦੇ ਵਿੱਚ ਇਹਨਾਂ ਨੇ ਪੰਜਾਬੀ ਦਾ ਪਹਿਲਾ ਹਫ਼ਤਾਵਾਰੀ ਰਸਾਲਾ ਚਲਾਇਆ ਸੀ। 1926 ਦੇ ਵਿੱਚ ਇਹਨਾਂ ਨੇ ਪੰਜਾਬੀ ਦਾ ਪਹਿਲਾ ਹਫ਼ਤਾਵਾਰੀ ਰਸਾਲਾ ਚਲਾਇਆ ਸੀ, ਜਿਹਦਾ ਕੀ ਨਾਮ ਸੀ? ਮੋਜੀ। ਕੀ ਨਾਮ ਸੀ? ਮੋਜੀ। ਠੀਕ ਹੈ। ਤੇ ਉਸ ਤੋਂ ਬਾਅਦ ਇੱਕ ਗੱਲ ਹੋਰ ਕਲੀਅਰ ਕਰਦਾ, ਜਦੋਂ ਵੀ ਇਹ ਆਪਣੀ ਕਵਿਤਾ ਲਿਖਦੇ ਸੀ ਨਾ, ਉਹਦੇ ਵਿੱਚ ਸੋਥਰਾ ਤੇ ਵਾਰ, ਜਿਹੜੀ ਕਵਿਤਾ ਦੇ ਵਿੱਚ ਕੀ ਲਿਖਦੇ ਸੀ ਇਹ ਸੋਥਰਾ, ਤੇ ਵਾਰਤਕ ਦੇ ਵਿੱਚ ਕੀ ਲਿਖਿਆ ਜਾਂਦਾ ਸੀ? ਬਾਬਾ ਬਰਿਆਮਾ ਉਪਨਾਮ ਵਰਤਦੀ ਸੀ। ਠੀਕ ਹੈ ਜੀ, ਇੱਥੇ ਤੱਕ ਆਪਣੀ ਗੱਲ ਹੋ ਗਈ ਸੀ ਕਿ ਕਵਿਤਾ ਦੇ ਵਿੱਚ ਇਹ ਸੋਥਰਾ ਤੇ ਵਾਰਤਕ ਦੇ ਵਿੱਚ ਬਾਬਾ ਬਰਿਆਮਾ ਨਾਂ ਜਿਹੜਾ ਉਪਨਾਮ ਉਹ ਵਰਤਦੀ ਸੀ। ਤੇ ਇਸ ਤੋਂ ਇਲਾਵਾ ਜਿਹੜੇ ਚਰਨ ਸਿੰਘ ਸ਼ਹੀਦ ਨੇਗੇ ਉਹ ਹਾਸ ਰਸ ਤੇ ਵਿਅੰਗ ਵਾਲੇ ਕਵੀ ਸੀ। ਹਾਸ ਰਸ ਤੇ ਵਿਅੰਗ ਵਾਲੇ ਕਵੀ ਕਿਹਾ ਜਾਂਦਾ ਇਹਨਾਂ ਨੂੰ। ਨੈਕਸਟ ਕੁਐਸਚਨ, ਭਾਈਆ ਕਿਸ ਲੇਖਕ ਦਾ ਉਪਨਾਮ ਹੈ? ਭਾਈਆ ਕਿਸ ਲੇਖਕ ਦਾ ਉਪਨਾਮ ਹੈ? ਭਾਈ ਵੀਰ ਸਿੰਘ, ਈਸਰ ਸਿੰਘ ਈਸਰ, ਚਰਨ ਸਿੰਘ ਜਾਂ ਸੂਬਾ ਸਿੰਘ? ਇਸ ਕੁਐਸਚਨ ਦਾ ਜੋ ਰਾਈਟ ਆਨਸਰ ਬਣਦਾ ਜੀ ਉਹ ਨੰਬਰ 2, ਈਸਰ ਸਿੰਘ ਈਸਰ। ਨੈਕਸਟ ਕੁਐਸਚਨ, ਭਾਈਆ ਤਿਲਕ ਪਿਆ ਪੁਸਤਕ ਹੈ? ਭਾਈਆ ਤਿਲਕ ਪਿਆ ਪੁਸਤਕ ਹੈ? ਸੂਬਾ ਸਿੰਘ, ਚਰਨ ਸਿੰਘ, ਈਸਰ ਸਿੰਘ ਈਸਰ ਜਾਂ ਭਾਈ ਵੀਰ ਸਿੰਘ? ਇਸ ਕੁਐਸਚਨ ਦਾ ਜੋ ਰਾਈਟ ਆਨਸਰ ਬਣਦਾ ਜੀ ਉਹ ਨੰਬਰ 3, ਈਸਰ ਸਿੰਘ ਈਸਰ। ਹੁਣ ਇੱਥੇ ਤੁਹਾਨੂੰ ਇੱਕ ਇੰਟਰਸਟਿੰਗ ਜੀ ਗੱਲ ਦੱਸਦੀ, ਦੇਖੋ ਉੱਪਰ ਆਪਾਂ ਗੱਲ ਕੀਤੀ ਹੈ ਨਾ ਕਿ ਭਾਈਆ ਕਿਸ ਲੇਖਕ ਦਾ ਉਪਨਾਮ ਹੈ, ਤਾਂ ਉਹ ਈਸਰ ਸਿੰਘ ਈਸਰ ਦਾ ਨਾਮ ਹੈ। ਤੇ ਇਸ ਤੋਂ ਇਲਾਵਾ ਇਹਨਾਂ ਦੀਆਂ 3 ਪੁਸਤਕਾਂ ਨੇ, ਇੱਥੇ 3 ਪੁਸਤਕਾਂ ਨੇ ਇਹਨਾਂ ਦੀਆਂ। ਦੇਖੋ, ਇੱਕ ਤਾਂ ਭਾਈਆ ਤਿਲਕ ਪਿਆ, ਦੂਸਰਾ ਭਾਈਆ ਰੰਗੀਲਾ ਭਾਈਆ, ਤੀਸਰਾ ਧਰਮੀ ਭਾਈਆ। ਠੀਕ ਹੈ ਜੀ, ਭਾਈਆ ਤਿਲਕ ਪਿਆ, ਰੰਗੀਲਾ ਭਾਈਆ, ਧਰਮੀ ਭਾਈਆ, ਭਾਵ ਕਿ ਇਹਨਾਂ ਦੇ ਜਿਹੜਾ ਉਪਨਾਮ ਕਹਿ ਸਕਦੇ ਹਾਂ ਆਪਾਂ ਨਾ, ਜਾਂ ਕਹਿ ਸਕਦੇ ਹਾਂ ਨਿਕਨੇਮ ਕਹਿ ਲਓ ਭਾਈਆ, ਵੀ ਉਸੇ ਦੇ ਨਾਲ ਰਿਲੇਟਡ ਕੀ ਲਿਖਿਆ ਹੋਇਆ ਇਹਨਾਂ ਨੇ ਬੁੱਕਸ ਨੂੰ ਨਾਮ ਦਿੱਤੇ ਹੋਏ। ਠੀਕ ਹੈ ਜੀ, ਇਹ ਜਿਹੜੀ ਕਿਤਾਬਾਂ ਨੇ ਇਹ ਵੀ ਇਹਨਾਂ ਦੀਆਂ ਨੇ। ਇੱਕ ਬੁੱਕ ਇਹ ਹੋ ਗਈ ਤੇ 2 ਇਹ ਹੋ ਗਈਆਂ। ਠੀਕ ਹੈ ਜੀ, ਗੱਲ ਕਲੀਅਰ ਹੋ ਗਈ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਅਲੰਕਾਰ ਦਾ ਸ਼ਾਬਦਿਕ ਅਰਥ ਹੁੰਦਾ ਹੈ? ਅਲੰਕਾਰ ਦਾ ਸ਼ਾਬਦਿਕ ਅਰਥ ਹੁੰਦਾ ਹੈ ਗਹਿਣਾ, ਭਾਵ, ਰਸ ਜਾਂ ਕੋਈ ਵੀ ਨਹੀਂ। ਅਲੰਕਾਰ ਦਾ ਸ਼ਾਬਦਿਕ ਅਰਥ ਕੀ ਹੁੰਦਾ ਹੈ? ਤਾਂ ਉਹ ਹੁੰਦਾ ਹੈ ਜੀ ਗਹਿਣਾ। ਅਲੰਕਾਰ ਦਾ ਸ਼ਾਬਦਿਕ ਅਰਥ ਹੁੰਦਾ ਹੈ ਜਿਹੜਾ ਉਹ ਹੁੰਦਾ ਹੈ ਗਹਿਣਾ। ਦੇਖੋ, ਇਹ ਕਵਿਤਾ ਨੂੰ ਸਜਾਉਣ ਲਈ ਕਿਸੇ ਵਿੱਚ ਵਰਤੋਂ, ਜਾਂ ਕਵਿਤਾ ਨੂੰ ਸਜਾਉਣ ਲਈ ਜਾਂ ਕਿਸੇ ਨੂੰ ਸਜਾਉਣ ਲਈ ਇਸ ਦੀ ਵਰਤੋਂ ਹੁੰਦੀ ਹੈ। ਹੁਣ ਦੇਖੋ, ਜਿਵੇਂ ਆਪਾਂ ਇਹ ਪਿੱਛੇ ਕੀ ਕੀਤਾ ਸੀ ਨਾ, ਕਿਹੜਾ ਕੀਤਾ ਸੀ ਆਪਾਂ ਨੇ? ਰਸ ਬਾਰੇ ਗੱਲ ਕੀਤੀ ਸੀ, ਹੈ ਨਾ, ਸ਼ਿੰਗਾਰ ਰਸ। ਸ਼ਿੰਗਾਰ ਰਸ ਤੇ ਅਲੰਕਾਰ ਐ ਮੰਨ ਲਓ ਵੀ ਦੋਵੇਂ ਇੱਕੋ ਹੀ ਚੀਜ਼ਾਂ ਨੇਗੀਆਂ। ਪਰ ਜੇਕਰ ਆਪਾਂ ਦੂਸਰੇ ਤੌਰ 'ਤੇ ਗੱਲ ਕਰੀਏ, ਜਿਵੇਂ ਸਿੱਧੀ ਜੀ ਪੰਜਾਬੀ ਦੇ ਵਿੱਚ ਕਈ ਬੁੱਕਸ ਦੇ ਵਿੱਚ ਇਹੀ ਲਿਖਿਆ ਹੋਇਆ ਪੜ੍ਹਿਆ ਮੈਨੇ, ਵੀ ਜਿਵੇਂ ਕਿਹਾ ਜਾਂਦਾ ਗਾ ਕਿ ਜਿਵੇਂ ਇੱਕ ਜਿਹੜੀ ਲੇਡੀ ਹੁੰਦੀ ਹੈ ਉਹ ਖੁਦ ਨੂੰ ਸਜਾਉਣ ਵਾਸਤੇ ਤਰ੍ਹਾਂ ਦੇ ਜਿਹੜੇ ਮੇਕਅਪ ਵਗੈਰਾ ਕਰਦੀ ਹੈ, ਜਾਂ ਆਪਾਂ ਕਹਿ ਸਕਦੇ ਕਈ ਤਰ੍ਹਾਂ ਦੇ ਜਿਹੜੇ ਗਹਿਣੇ ਨੂੰ ਪਹਿਨਦੀ ਹੈ, ਹੈ ਨਾ, ਵੀ ਜਿਸ ਨਾਲ ਸੋਹਣੀ ਦਿਖੇ। ਉਸੇ ਤਰ੍ਹਾਂ ਜੇਕਰ ਆਪਾਂ ਕਿਸੇ ਦੀ ਗੱਲ ਕਰੀਏ ਜਾਂ ਕਿਸੇ ਕਵਿਤਾ ਦੀ ਗੱਲ ਕਰੀਏ, ਜਿਹੜਾ ਕੋਈ ਕਵੀ ਹੁੰਦਾ ਆਪਦੀ ਕਵਿਤਾ ਨੂੰ ਜਾਂ ਕਿਸੇ ਨੂੰ ਸਭ ਤੋਂ ਸੋਹਣਾ ਦਿਖਾਉਣ ਵਾਸਤੇ ਜਿਹੜੇ ਉਹ ਅਲੰਕਾਰਾਂ ਦੀ ਵਰਤੋਂ ਕਰਦਾ ਗਾ, ਹਾਸ ਰਸ ਦੀ, ਜਿਵੇਂ ਮੈਂ ਤੁਹਾਨੂੰ ਪਿੱਛੇ ਦੱਸ ਕੇ ਗਈ ਨੇ ਕਿ ਹੀਰ ਦੀ ਕਿਵੇਂ ਵਡਿਆਈ ਕੀਤੀ, ਉਹੀ ਚੀਜ਼ ਲਾ ਲਓ, ਉਹੀ ਚੀਜ਼ ਸੇਮ ਹੋ ਗਈ ਇਹਦੇ ਵਿੱਚ। ਉਸੇ ਚੀਜ਼ ਨੂੰ ਹੀ ਕੀ ਕਿਹਾ ਜਾਂਦਾ ਗਾ? ਅਲੰਕਾਰ ਕਿਹਾ ਜਾਂਦਾ ਗਾ। ਅਲੰਕਾਰ ਉਹੀ ਚੀਜ਼ ਹੋ ਗਈ ਜਿਹੜੀ ਕਿਸੇ ਵੀ ਰਚਨਾ ਨੂੰ ਸੋਹਣਾ ਬਣਾਉਣ ਵਾਸਤੇ ਵਰਤੀ ਜਾਂਦੀ ਹੋਵੇ। ਠੀਕ ਹੈ ਜੀ, ਨੈਕਸਟ ਕੁਐਸਚਨ, ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸਾਂ ਤਾਂ ਗਲਵੱਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। 2 ਲਾਈਨਾਂ ਮੈਂ ਬੋਲਤੀਆਂ, 2 ਮੈਂ ਲਿਖ ਰੱਖੀਆਂ ਨੇ, ਦੱਸੋ। ਦੇਖੋ, ਅਦਭੁਤ ਹੈ, ਸ਼ਾਂਤ ਰਸ ਹੈ, ਵੀਰਤਸ ਹੈ ਜਾਂ ਵੀਰ ਹੈ? ਇੱਥੇ ਆਪਾਂ ਰਸ ਦੀ ਗੱਲ ਕਰ ਰਹੇ ਹਾਂ ਕਿ ਕਿਹੜਾ ਰਸ ਇਸ ਰਚਨਾ ਦੇ ਵਿੱਚ ਕੰਮ ਕਰ ਰਿਹਾ, ਇਹ ਪੰਕਤੀਆਂ ਦੇ ਵਿੱਚ ਕੰਮ ਕਰ ਰਿਹਾ। ਸੁਪਨੇ ਵਿੱਚ ਹੀ ਤੁਸੀਂ ਮਿਲੇ ਸਾਨੂੰ, ਅਸਾਂ ਤਾਂ ਗਲਵੱਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਇਸ ਕੁਐਸਚਨ ਦਾ ਜੋ ਰਾਈਟ ਆਨਸਰ ਹੈ ਜੀ ਉਹ ਨੰਬਰ 1, ਇਹ ਅਦਭੁਤ ਰਸ ਹੈ। ਹੁਣ ਦੇਖੋ, ਜੇਕਰ ਆਪਾਂ ਗੱਲ ਕਰੀਏ ਕਿ ਇਹ ਰਚਨਾ ਕਿੰਨੇ, ਤੇ ਭਾਈ ਵੀਰ ਸਿੰਘ ਦੀ ਰਚਨਾ ਹੈ, ਤੇ ਇਹ ਕੰਬਦੀ ਕਲਾਈ ਦੇ ਵਿੱਚੋਂ ਲਈਆਂ ਗਈਆਂ ਪੰਕਤੀਆਂ ਨਹੀਂ, ਮੈਂ ਉੱਪਰ ਪਹਿਲਾਂ ਹੀ ਬੋਲਤਾ, ਕੰਬਦੀ ਕਲਾਈ ਦੇ ਵਿੱਚੋਂ ਇਹ ਜਿਹੜੀਆਂ ਪੰਕਤੀਆਂ ਨੇ ਉਹ ਲਈਆਂ ਗਈਆਂ। ਨੈਕਸਟ ਕੁਐਸਚਨ,
ਜੰਗ ਮੁਸਾਫਾ ਬਜਿਆਣ, ਘੁਰੇ ਨਗਾਰੇ ਚਾਵਲੇ ਰਾਖਸ਼, ਰੋਲੇ ਖੇਤ ਭਿੜਨ ਕੇ ਚਾਈ। ਦੇਖੋ, ਜੰਗ ਮੁਸਾਫਾ ਬਜਿਆਰਨ, ਘੁਰੇ ਨਗਾਰੇ ਚਾਵਲੇ ਰਾਖਸ਼, ਰੋਲੇ ਖੇਤ ਭਿੜਨ ਕੇ ਚਾਈ। ਇਹ ਕਿਹੜਾ ਰਸ ਹੈ? ਸੌਰੀ, ਜਿਹੜੀਆਂ ਪੰਕਤੀਆਂ ਨੇ ਉਹ ਕਿਹੜੇ ਰਸ ਦੀਆਂ ਨੇਗੀਆਂ? ਬੀਫਸਤ ਰਸ, ਕਰੁਣਾ ਰਸ, ਵੀਰ ਜਾਂ ਹਾਸ। ਇਸ ਕੁਐਸਚਨ ਦਾ ਜੋ ਰਾਈਟ ਆਨਸਰ ਬਣਦਾ ਜੀ ਉਹ ਨੰਬਰ 3। ਹੁਣ ਜੇਕਰ ਆਪਾਂ ਗੱਲ ਕਰੀਏ ਵੀਰ ਰਸ, ਇਹ ਚੰਡੀ ਦੀ ਵਾਰ ਦੇ ਵਿੱਚੋਂ ਲਈਆਂ ਗਈਆਂ ਲਾਈਨਾਂ ਨੇਗੀਆਂ। ਅਤੇ ਜਿਹੜੀ ਦੀ ਨਾਇਕਾ ਗਈ ਉਹ ਦੁਰਗਾ ਦੇਵੀ ਹੈ, ਜਿਹੜੀ ਰਾਖਸ਼ਾਂ ਦਾ ਨਰਸੰਹਾਰ ਕਰਦੀ ਹੈ, ਭਾਵ ਕਿ ਉਹਨਾਂ ਨੂੰ ਮਾਰਦੀ ਹੈਗੀ। ਕਿੰਨਾਂ ਵਾਸਤੇ? ਦੇਵਤਿਆਂ ਦੀ ਵਿਜੇ ਵਾਸਤੇ। ਕਿਉਂਕਿ ਜਿਹੜੇ ਰਾਖਸ਼ਸ ਹੁੰਦੇ ਨੇਗੇ ਉਹ ਦੇਵਤਿਆਂ ਦਾ ਕੀ ਕਰਦੇ ਨੇ? ਰਾਜ ਸਿੰਘਾਸਣ ਖੋਹ ਲੈਂਦੇ ਨੇ ਇੰਦਰ ਤੋਂ। ਅਤੇ ਜਿਹੜੇ ਤਾਂ ਰਚਨਾਕਾਰ ਹੈ, ਜੇਕਰ ਆਪਾਂ ਮੰਨੀਏ ਦੇਖੀਏ ਕਿ ਇਹਦੀ ਰਚਨਾ ਕਿਸ ਨੇ ਕੀਤੀ ਹੈ ਜੀ, ਕਿ ਕਿਸ ਦੁਆਰਾ ਇਹ ਲਿਖੀ ਹੋਈ ਰਚਨਾ? ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਲਿਖੀ ਹੋਈ ਰਚਨਾ ਹੈ। ਅਤੇ ਇੱਕ ਗੱਲ ਹੋਰ ਹੈ, ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਸਭ ਤੋਂ ਉੱਤਮ ਰਚਨਾ ਮੰਨੀ ਜਾਂਦੀ। ਕਿਹੜੀ ਰਚਨਾ? ਚੰਡੀ ਦੀ ਵਾਰ। ਕਿਉਂਕਿ ਇਹਨੂੰ ਪੜ੍ਹਦੇ ਹੋਏ ਨਾ ਕੋਈ ਵੀ ਬੰਦਾ ਇੰਨਾ ਜ਼ਿਆਦਾ ਇਸ ਦੇ ਵਿੱਚ ਖੋ ਜਾਂਦਾ ਕਿ ਉਸਨੂੰ ਇਹੀ ਨਹੀਂ ਪਤਾ ਲੱਗਦਾ, ਉਹ ਐਵੇਂ ਲੱਗਦਾ ਜਿਵੇਂ ਆਪਾਂ ਯੁੱਧ ਦੇ ਵਿੱਚ ਹੀ ਖੜੇ ਹੁੰਦੇ ਹੈਗੇ। ਇੰਨੀ ਜ਼ਿਆਦਾ ਉੱਤਮ ਰਚਨਾ ਹੈ ਇਹਨਾਂ ਦੀ। ਠੀਕ ਹੈ ਜੀ, ਨੈਕਸਟ ਕੁਐਸਚਨ। ਕਿਵੇਂ ਹੀਰ ਦੀ ਕਰੇ ਤਾਰੀਫ ਸ਼ਾਇਰ, ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ। ਇਹ ਕਿਹੜਾ ਰਸ ਹੈ? ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਵੇਂ ਰਚਨਾਵਾਂ ਦੇ ਵਿੱਚ ਕਿਹੜਾ ਹੁੰਦਾ ਨਾ, ਕਵੀ ਹੁੰਦੇ ਨੇ, ਉਹ ਆਪਦੀ ਜਿਹੜੀ ਰਚਨਾ ਹੁੰਦੀ ਉਹਨਾਂ ਨੂੰ ਸ਼ਿੰਗਾਰ ਰਸ ਦੇ ਵਿੱਚ ਜਾਂ ਅਲੰਕਾਰਾਂ ਦੇ ਵਿੱਚ ਭਰ ਕੇ ਕੀ ਕਰਦੇ ਨੇ? ਪੂਰੀ ਤਰ੍ਹਾਂ ਬਿਆਨ ਕਰਦੇ ਨੇ ਕਿ ਸਭ ਤੋਂ ਜ਼ਿਆਦਾ ਵਧੀਆ ਲੱਗੇ, ਪੜ੍ਹਨ ਦੇ ਵਿੱਚ ਇੰਟਰਸਟਿੰਗ ਹੋਵੇ। ਇਹ ਲਾਈਨਾਂ ਉਸੇ ਤਰ੍ਹਾਂ ਦੀਆਂ ਨੇ। ਹੁਣ ਦੇਖੋ ਕਿ ਇਹਦੇ ਵਿੱਚ ਇਹ ਕਿਹਾ ਹੋਇਆ ਕਿ ਜਿਹੜਾ ਸ਼ਾਇਰ ਹੈਗਾ ਉਹ ਹੀਰ ਦੀ ਤਾਰੀਫ ਨਹੀਂ ਕਰ ਸਕਦਾ, ਕਿਉਂਕਿ ਜਿਹੜਾ ਦਾ ਮੱਥਾ ਨਾ ਉਹ ਮਹਿਤਾਬ ਦੀ ਤਰ੍ਹਾਂ ਚਮਕ ਰਿਹਾ ਹੈਗਾ। ਮੱਥਾ ਜਿਹੜਾ ਹੁਸਨ ਆ ਉਹਦਾ ਮਹਿਤਾਬ ਦੀ ਤਰ੍ਹਾਂ ਚਮਕ ਰਿਹਾ ਹੈਗਾ। ਹੁਣ ਇਹ ਵੀਰ ਰਸ ਹੈ, ਅਦਭੁਤ ਹੈ, ਅਤੀ ਕਥਨੀ ਹੈ, ਇਹ ਸ਼ਿੰਗਾਰ ਰਸ ਹੈ। ਇਸ ਕੁਐਸਚਨ ਦਾ ਆਪਾਂ ਸਹੀ ਆਨਸਰ ਚੂਜ਼ ਕਰਨਾ ਹੀ। ਸੋ ਇਸ ਕੁਐਸਚਨ ਦਾ ਜੋ ਰਾਈਟ ਆਨਸਰ ਬਣਦਾ ਉਹ ਨੰਬਰ 4। ਇਹ ਸ਼ਿੰਗਾਰ ਰਸ ਹੈ। ਸ਼ਿੰਗਾਰ ਰਸ ਹੈ ਜਿਸ ਦੇ ਵਿੱਚ ਹੀਰ ਦੀ ਤਾਰੀਫ ਕੀਤੀ ਹੋਈ ਹੈ, ਉਸਦੇ ਹੁਸਨ ਦੀ ਤਾਰੀਫ ਕੀਤੀ ਹੋਈ ਹੈ। ਠੀਕ ਹੈ ਜੀ। ਸੋ ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਕੋਸ਼ਿਸ਼ ਪਸੰਦ ਆਊ। ਸੋ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਮਿਲਦੇ ਹਾਂ ਕੱਲ੍ਹ ਨੂੰ ਇਸੇ ਟਾਈਮ 'ਤੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਸੋ ਥੈਂਕ ਯੂ।